ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਪੰਜਾਬੀ ਗ੍ਰਾਮਰ ਦੀ ਤੇ ਇਸ ਦਾ ਮੇਨ ਇੰਪੋਰਟੈਂਟ ਜਿਹੜਾ ਟੌਪਿਕ ਹੈ ਉਹ ਹੈ ਸ਼ਬਦ ਭੇਦ। ਸ਼ਬਦ ਭੇਦ ਦੇ ਵਿੱਚ ਆਪਾਂ ਨਾਂਵ, ਪੜਨਾਂਵ, ਵਿਸ਼ੇਸ਼ਣ, ਕ੍ਰਿਆ, ਕ੍ਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ ਯਾਨੀ ਕਿ ਜਿਹੜੇ ਦੇ ਮੇਨ 8 ਪ੍ਰਕਾਰ ਨੇ, ਇਹਨਾਂ 8 ਟਾਈਪਸ ਦੀ ਗੱਲ ਕਰਨੀ ਹੈ ਤੇ ਇਹਨਾਂ ਨੂੰ ਆਪਾਂ ਅੱਗੇ ਚੰਗੀ ਤਰ੍ਹਾਂ ਨਾਲ ਪੂਰੀ ਤਰ੍ਹਾਂ ਨਾਲ ਐਕਸਪਲੇਨ ਕਰਕੇ ਪੜ੍ਹਾਂਗੇ। ਅਸੀਂ ਸ਼ੁਰੂ ਕਰ ਲੈਂਦੇ ਹਾਂ ਆਪਣੇ ਫਸਟ ਟੌਪਿਕ ਦੇ ਨਾਲ, ਜਿਹੜਾ ਹੈ ਨਾਂਵ। ਨਾਂਵ ਕੀ ਹੁੰਦਾ ਹੈ? ਜਿਵੇਂ ਕਿ ਸਾਨੂੰ ਪਤਾ ਹੈ ਇੰਗਲਿਸ਼ 'ਚ ਜਿਵੇਂ ਨਾਊਨ ਹੁੰਦਾ ਹੈ, ਕਿਸੇ ਵਿਅਕਤੀ, ਸਥਾਨ, ਜੀਵ, ਵਸਤੂ, ਹਾਲਤ, ਗੁਣ, ਭਾਵ, ਕੰਮ ਆਦਿ ਦੇ ਨਾਂ ਨੂੰ ਨਾਂਵ ਕਿਹਾ ਜਾਂਦਾ ਹੈ। ਜਿਵੇਂ ਬਲਦੀਪ, ਜਲੰਧਰ, ਬਲਦ, ਪੈਨਸਿਲ ਆਦਿ। ਪੜਨਾਂਵ ਜਿਹੜਾ ਸ਼ਬਦ ਕਿਸੇ ਨਾਂਵ ਦੀ ਥਾਂ 'ਤੇ ਵਰਤਿਆ ਜਾਵੇ ਉਸਨੂੰ ਪੜਨਾਂਵ ਕਹਿੰਦੇ ਹਨ, ਜਿਵੇਂ ਮੈਂ, ਤੂੰ, ਉਹ ਆਦਿ। ਵਿਸ਼ੇਸ਼ਣ ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ ਉਸਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ ਕਿ ਗੋਰਾ, ਕਾਲਾ, 18, ਮੋਟਾ, ਸਾਊ ਆਦਿ। ਯਾਨੀ ਕਿ ਵਿਸ਼ੇਸ਼ਣ ਕੀ ਹੈ? ਜਿਹੜਾ ਨਾਮ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਦੇ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਪ੍ਰਗਟ ਕਰੇ, ਇਹਨੂੰ ਕਹਿੰਦੇ ਆ ਵਿਸ਼ੇਸ਼ਣ। ਤੇ ਉਸ ਤੋਂ ਬਾਅਦ ਜਿਹੜਾ ਸਾਡਾ ਫੋਰਥ ਦਾ ਟਾਈਪ ਹੈ ਉਹ ਹੈ ਕਿਰਿਆ। ਕਿਰਿਆ ਯਾਨੀ ਕਿ ਵਰਬ, ਜਿਹਨੂੰ ਆਪਾਂ ਇੰਗਲਿਸ਼ 'ਚ ਵਰਬ ਕਹਿੰਦੇ ਹਾਂ। ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ, ਕਰਨਾ ਪ੍ਰਗਟ ਹੁੰਦਾ ਹੈ, ਕਿਰਿਆ ਅਖਵਾਉਂਦਾ ਹੈ, ਜਿਵੇਂ ਗਿਆ, ਆਵਾਂਗਾ, ਸੌਦਾ ਆਦਿ। ਤੇ ਇੰਗਲਿਸ਼ ਜਿਹਨੂੰ ਕਹਿੰਦੇ ਆ ਵਰਬ ਯਾਨੀ ਕਿ ਕਿਰਿਆ। ਵਰਬ ਨੂੰ ਅੱਗੇ ਆਪਾਂ ਫੁੱਲ ਡਿਟੇਲ ਦੇ ਵਿੱਚ ਪੜ੍ਹਾਂਗੇ। ਵਰਬ ਅੱਗੇ 4 ਕਿਸਮਾਂ ਦੀ ਹੁੰਦੀ ਹੈ ਤੇ ਇਹਦੇ ਵਿੱਚ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ, ਮਤਲਬ ਕੋਈ ਕੰਮ ਹੋ ਰਿਹਾ, ਜਿੱਦਾਂ ਕਿ ਉਹ ਗਿਆ, ਉਹ ਆਵੇਗਾ, ਸੌਂਦਾ, ਉਹ ਸੋ ਰਿਹਾ ਹੈ, ਕੋਈ ਕੰਮ ਹੋ ਰਿਹਾ, ਉਹਨੂੰ ਕਹਿੰਦੇ ਆਪਾਂ ਕਿਰਿਆ। ਕਿਰਿਆ ਵਿਸ਼ੇਸ਼ਣ, ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ ਕਿ ਹੌਲੀ, ਤੇਜ਼, ਮਤਲਬ ਕਿ ਵਿਸ਼ੇਸ਼ਤਾ ਹੈ ਉਹ ਹੌਲੀ ਤੁਰਦੀ ਹੈ, ਤੇਜ਼ ਤੁਰਦੀ ਹੈ। ਸੰਬੰਧਕ ਕੀ ਹੈ? ਜਿਹੜਾ ਉਹ ਸ਼ਬਦ ਜਿਹੜਾ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਕਿਸੇ ਦੂਸਰੇ ਸ਼ਬਦ ਨਾਲ ਸੰਬੰਧ ਪ੍ਰਗਟ ਕਰਦਾ ਹੈ। ਸੰਬੰਧਕ ਵਰਡ ਤੋਂ ਹੀ ਪਤਾ ਲੱਗਦਾ ਜਿਹੜਾ ਸੰਬੰਧ ਪ੍ਰਗਟ ਕਰਦਾ ਹੈ ਉਹਨੂੰ ਕਹਿੰਦੇ ਆ ਸੰਬੰਧਕ, ਜਿਵੇਂ ਦਾ, ਦੇ, ਦੀ, ਨੇ, ਨੂੰ, ਕੋਲ ਆਦਿ। ਯੋਜਕ, ਜਿਵੇਂ ਜਿਹਨੂੰ ਆਪਾਂ ਇੰਗਲਿਸ਼ 'ਚ ਕਨੈਕਟਰ ਕਹਿ ਸਕਦੇ ਹਾਂ। ਵਾਕਾਂਸ਼ਾਂ, ਉਪਵਾਕਾਂ ਜਾਂ ਵਾਕਾਂ ਨੂੰ ਜੋੜਦਾ ਹੈ ਉਸਨੂੰ ਯੋਜਕ ਕਹਿੰਦੇ ਹਨ, ਜਿਵੇਂ ਕਿ ਕਿਉਂਕਿ, ਨਾਲੇ, ਜਾਂ, ਭਾਵੇਂ, ਕੀ ਅਤੇ ਆਦਿ। ਯਾਨੀ ਕਿ ਯੋਜਕ ਕੀ ਹੈ? ਜਿਹੜਾ 2 ਸ਼ਬਦਾਂ ਨੂੰ ਜਾਂ 2 ਵਾਕਾਂਸ਼ਾਂ ਨੂੰ ਜਾਂ 2 ਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਆਪਣੇ 8th ਨੰਬਰ ਦੇ ਵਿੱਚ ਹੈ ਸਾਡੇ ਕੋਲ ਵਿਸਮਿਕ, ਯਾਨੀ ਕਿ ਲਾਸਟ। ਖੁਸ਼ੀ, ਗਮੀ, ਹੈਰਾਨੀ, ਭੈ, ਪ੍ਰਸ਼ੰਸਾ ਆਦਿ ਭਾਵਾਂ ਦੇ ਪ੍ਰਗਟਾਵੇ ਲਈ ਸੁਭਾਵਿਕ ਹੀ ਮੂੰਹੋਂ ਨਿਕਲੇ ਗਏ ਸ਼ਬਦ ਵਿਸਮਿਕ ਹੁੰਦੇ ਹਨ, ਜਿਵੇਂ ਵਾਹ, ਆਹਾ, ਉਫ ਆਦਿ। ਤੇ ਇਹਨਾਂ ਦੀ ਵਿਸਤ੍ਰਿਤ ਜਾਣਕਾਰੀ ਆਪਾਂ ਅੱਗੇ ਕਰਨੀ ਹੈ। ਤੇ ਫਸਟ ਨੰਬਰ ਦੇ ਵਿੱਚ ਸਾਡਾ ਜਿਹੜਾ ਹੈ ਨਾਂਵ ਆ ਗਿਆ ਹੈ, ਯਾਨੀ ਕਿ ਆਪਾਂ ਇਹਨਾਂ 8 ਟਾਈਪਸ ਨੂੰ ਅੱਗੇ ਥੋੜ੍ਹਾ ਡਿਟੇਲ ਦੇ ਵਿੱਚ ਪੜ੍ਹਨਾ ਹੈ, ਕਿਉਂਕਿ ਇੰਪੋਰਟੈਂਟ ਨੇ, ਪੰਜਾਬੀ ਗ੍ਰਾਮਰ ਦਾ ਮੇਨ ਪਾਰਟ ਨੇ। ਹੁਣ ਨਾਂਵ ਦੇ ਬਾਰੇ ਸਭ ਤੋਂ ਪਹਿਲੀ ਚੀਜ਼ ਜਿਹੜੀ ਅਸੀਂ ਯਾਦ ਕੀ ਰੱਖਣੀ ਹੈ, ਜਿੱਦਾਂ ਕਿ ਅਸੀਂ ਪਹਿਲਾਂ ਹੀ ਪੜ੍ਹ ਲਿਆ ਹੈ, ਇਸ ਵਿੱਚ ਥੋੜ੍ਹਾ ਆਪਾਂ ਡਿਟੇਲ ਦੇ ਵਿੱਚ ਪੜ੍ਹ ਲੈਂਦੇ ਹਾਂ। ਨਾਂਵ ਹੁੰਦਾ ਕੀ ਹੈ? ਬੇਸਿਕਲੀ ਨਾਂਵ ਦੀ ਪਰਿਭਾਸ਼ਾ ਇਸ ਪ੍ਰਕਾਰ ਹੈ, ਕਿਸੇ ਵਿਅਕਤੀ, ਜੀਵ, ਵਸਤੂ, ਥਾਂ, ਹਾਲਤ, ਗੁਣ, ਭਾਵ, ਕੰਮ ਆਦਿ ਲਈ ਵਰਤੇ ਜਾਣੇ ਵਾਲੇ ਸ਼ਬਦ ਨੂੰ ਨਾਂਵ ਕਿਹਾ ਜਾਂਦਾ ਹੈ। ਕਿਸੇ ਬੰਦੇ ਦਾ ਨਾਮ ਹੋ ਗਿਆ, ਕਿਸੇ ਵੀ ਜੀਵ ਦਾ ਨਾਮ ਹੋ ਗਿਆ, ਵਸਤੂ ਦਾ ਨਾਮ ਹੋ ਗਿਆ, ਹਾਲਤ ਹੋ ਗਈ, ਉਸ ਨੂੰ ਆਪਾਂ ਕਹਿੰਦੇ ਹਾਂ ਨਾਮ। ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਐਗਜ਼ਾਮਪਲ ਦਿੱਤੀ ਹੋਈ ਹੈ, ਜਿਵੇਂ ਸੁਰਜੀਤ ਕਿਸੇ ਬੰਦੇ ਦਾ ਨਾਮ ਹੋ ਗਿਆ, ਮੁੰਡਾ, ਕੁੜੀ, ਭਰਾ, ਮਾਂ, ਬਾਪ, ਪੁਲਿਸ, ਇੱਜੜ, ਦਿੱਲੀ, ਧੁੱਪ, ਛਾਂ, ਪਟਿਆਲਾ, ਬਠਿੰਡਾ, ਕਮਰਾ, ਗਊ, ਪੈਨ, ਅਰਦਾਸ, ਗਰੀਬੀ, ਉਦਮ, ਸੁਗੰਧ, ਪੰਜਾਬੀ, ਪੂਰਨਮਾਸ਼ੀ ਆਦਿ। ਇਹ ਸਾਰੇ ਜਿਹੜੇ ਹਨ ਨਾਮ ਦੇ ਐਗਜ਼ਾਮਪਲ ਹਨ। ਨਾਮ ਕੀ ਹੁੰਦਾ ਸਾਨੂੰ ਪਤਾ ਲੱਗ ਗਿਆ, ਇੰਗਲਿਸ਼ 'ਚ ਇਹਨੂੰ ਨਾਊਨ ਕਹਿੰਦੇ ਆ। ਕਿਸੇ ਬੰਦੇ ਦਾ ਨਾਮ, ਕਿਸੇ ਵੀ ਥਾਂ ਦਾ ਨਾਮ, ਵਸਤੂ, ਹਾਲਤ, ਗੁਣ, ਭਾਵ ਆਦਿ ਲਈ ਵਰਤੇ ਜਾਣ ਵਾਲੇ ਸ਼ਬਦ ਨੂੰ ਕਹਿੰਦੇ ਆ ਨਾਂਵ। ਹੁਣ ਜੇ ਆਪਾਂ ਗੱਲ ਕਰ ਲਈਏ ਨਾਊਨ ਦੀ, ਨਾਊਨ ਜਾਂ ਨਾਂਵ ਜਿਹੜੇ ਆ ਇਹ 5 ਪ੍ਰਕਾਰ ਦੇ ਹੁੰਦੇ ਆ। ਅਰਥ ਦੇ ਪੱਖ ਤੋਂ ਨਾਂਵ ਸ਼ਬਦ 5 ਪ੍ਰਕਾਰ ਦੇ ਹੁੰਦੇ ਆ, ਇਹ ਚੀਜ਼ ਸਾਨੂੰ ਯਾਦ ਰੱਖਣੀ ਪਵੇਗੀ। ਨਾਊਨ ਜਾਂ ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਨੇ? 5 ਪ੍ਰਕਾਰ ਦੇ, ਕਿਉਂਕਿ ਹੋ ਸਕਦਾ ਹੈ ਕਿ ਕੋਈ ਛੋਟਾ ਕੁਐਸਚਨ ਪੇਪਰ ਦੇ ਵਿੱਚ ਆ ਜਾਵੇ ਇਸ ਨਾਲ ਰਿਲੇਟਡ ਕਿ ਕਿੰਨੇ ਤਰ੍ਹਾਂ ਦੇ ਹੁੰਦੇ ਨਾ, 5 ਪ੍ਰਕਾਰ ਦੇ ਹੁੰਦੇ ਆ। ਤੇ ਇਹਨੂੰ ਥੋੜ੍ਹਾ ਡਿਟੇਲ ਦੇ ਵਿੱਚ ਇਹਦੇ ਪੜ੍ਹ ਲੈਂਦੇ ਆ। ਨਿੱਜਵਾਚਕ ਨਾਂਵ, ਜਾਤੀਵਾਚਕ ਨਾਂਵ, ਸਮੂਹਵਾਚਕ ਨਾਂਵ, ਪਦਾਰਥਵਾਚਕ ਨਾਂਵ, ਭਾਵਵਾਚਕ ਨਾਂਵ। ਤੇ ਅਗੇਨ ਮੈਂ ਦੱਸ ਰਹੀ ਹਾਂ ਇਹ ਥੋੜ੍ਹਾ ਇੰਪੋਰਟੈਂਟ ਹੈ, ਇਸ ਲਈ ਮੈਨੂੰ ਥੋੜ੍ਹਾ ਹਾਈਲਾਈਟ ਵੀ ਕਰ ਦਿੱਤਾ ਹੈ ਕਿ ਨਾਊਨ ਕਿੰਨੀ ਤਰ੍ਹਾਂ ਦੇ ਹੁੰਦੇ ਆ। ਨਾਊਨ ਹੁੰਦੇ ਨੇ 5 ਪ੍ਰਕਾਰ ਦੇ। ਸਭ ਤੋਂ ਫਸਟ ਨੰਬਰ 'ਤੇ ਆਪਾਂ ਪੜ੍ਹ ਰਹੇ ਹਾਂ ਨਾਊਨ ਬਾਰੇ।
ਤੇ ਹੁਣ ਜਿਹੜੇ ਵੀ ਇਹਦੇ ਪ੍ਰਕਾਰ ਹਨ, ਜਿਵੇਂ ਕਿ ਨਿੱਜਵਾਚਕ, ਜਾਤੀਵਾਚਕ, ਇਸਨੂੰ ਅਸੀਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਪੜ੍ਹ ਲੈਂਦੇ ਹਾਂ। ਨਿੱਜਵਾਚਕ ਨਾਮ ਜਾਂ ਖਾਸ ਵਾਚਕ। ਨਿੱਜ ਜਾਂ ਨਿੱਜ ਵਰਡ ਤੋਂ ਹੀ ਪਤਾ ਲੱਗਦਾ ਆ ਕਿ ਉਹ ਖਾਸ ਨਾਮ ਹੈ। ਨਿੱਜਵਾਚਕ ਹੁਣ ਖਾਸ ਮਤਲਬ ਜਿਹੜੇ ਸ਼ਬਦ ਤੋਂ ਸਾਨੂੰ ਕਿਸੇ ਖਾਸ ਵਿਅਕਤੀ, ਖਾਸ ਚੀਜ਼, ਖਾਸ ਥਾਂ, ਵਸਤੂ ਦਾ ਗਿਆਨ ਹੁੰਦਾ, ਉਸਨੂੰ ਨਿੱਜਵਾਚਕ ਨਾਮ ਆਖਦੇ ਹਨ। ਹੁਣ ਖਾਸ ਤੋਂ ਮਤਲਬ ਇਹ ਨਹੀਂ ਕਿ ਬੰਦਾ ਬਹੁਤ ਖਾਸ ਹੋਣਾ ਚਾਹੀਦਾ ਹੈ, ਮਤਲਬ ਕੋਈ ਪ੍ਰਾਈਮ ਮਿਨਿਸਟਰ ਹੋਵੇ ਜਾਂ ਮਿਨਿਸਟਰ ਹੋਵੇ। ਖਾਸ ਮਤਲਬ ਜਿਵੇਂ ਭੋਲਾ ਸ਼੍ਰੀ ਅੰਮ੍ਰਿਤਸਰ, ਸਤਲੁਜ ਚੰਡੀਗੜ੍ਹ, ਦਿੱਲੀ ਮਾਨਸਾ, ਪ੍ਰਧਾਨ ਮੰਤਰੀ, ਸੁਪਰੀਮ ਕੋਰਟ, ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ। ਨਿੱਜਵਾਚਕ ਨਾਮ ਨੂੰ ਖਾਸ ਨਾਮ ਵੀ ਕਿਹਾ ਜਾਂਦਾ ਹੈ, ਲੇਕਿਨ ਉਹਨੇ ਨੀਚੇ ਜਿਹੜਾ ਨੋਟ ਦਿੱਤਾ ਹੈ ਉਹ ਪੜ੍ਹਨ ਕਰਕੇ ਉਹ ਪੜ੍ਹਨ ਲਈ ਬਹੁਤ ਇੰਪੋਰਟੈਂਟ ਆ ਨੋਟ। ਇਸ ਸ਼੍ਰੇਣੀ ਦੇ ਆਉਣ ਵਾਲੇ ਨਾਂ ਕਿਸੇ ਰੁਤਬੇ ਕਰਕੇ ਖਾਸ ਨਹੀਂ ਹੁੰਦੇ, ਰੁਤਬੇ ਕਰਕੇ ਖਾਸ ਨਹੀਂ ਹੁੰਦੇ, ਬਲਕਿ ਇਸ ਸ਼੍ਰੇਣੀ ਵਿੱਚ ਹਰੇਕ ਸ਼ਬਦ ਖਾਸ ਨਾਮ ਮੰਨਿਆ ਜਾਂਦਾ। ਮਤਲਬ ਕੋਈ ਵੀ ਰਾਮ ਹੈ, ਸ਼ਾਮ ਹੈ, ਕੁਛ ਵੀ, ਉਹ ਸਾਰੇ ਖਾਸ ਹੀ ਹੋ ਗਏ, ਕਿਉਂਕਿ ਅਸੀਂ ਉਹਦਾ ਨਾਮ ਦੱਸ ਰਹੇ ਹਾਂ, ਉਸ ਬੰਦੇ ਦਾ ਨਾਮ ਕੀ ਹੈ। ਕਿ ਕੁਛ ਵੀ ਜੇ ਨਾਮ ਸਾਨੂੰ ਦਿੱਤਾ ਹੋਇਆ ਹੈ ਤਾਂ ਉਹ ਨਾਮ ਕੀ ਹੋਊਗਾ? ਖਾਸ ਨਾਮ। ਤਾਂ ਕਿ ਰਾਮ, ਸ਼ਾਮ, ਸੁਰਜੀਤ, ਕੁਛ ਵੀ ਹੋ ਸਕਦਾ ਹੈ। ਨਾਮ ਜੇ ਹੈ ਉਹ ਹੈ ਖਾਸ ਨਾਮ ਜਾਂ ਨਿੱਜਵਾਚਕ ਨਾਮ। ਜਾਤੀਵਾਚਕ ਨਾਮ, ਇਹਦੇ ਵਿੱਚ ਅਸੀਂ ਪੂਰੀ ਜਾਤੀ ਦੀ ਗੱਲ ਕਰਨੀ, ਜਿੱਦਾਂ ਅਸੀਂ ਕਹਿ ਸਕਦੇ ਹਾਂ ਮੁੰਡਾ, ਕੁੜੀ, ਕੁੜੀ ਦੀ ਪੂਰੀ ਜਾਤੀ ਦੀ ਗੱਲ ਆ, ਕਿਸੇ ਇੱਕ ਪਰਸਨਲ ਆਪਾਂ ਬੰਦੇ ਦਾ ਨਾਮ ਨਹੀਂ ਲਿਆ। ਜਾਤੀਵਾਚਕ ਨਾਮ ਨੂੰ ਵੈਸੇ ਇੰਗਲਿਸ਼ 'ਚ ਕਾਮਨ ਨਾਊਨ ਕਹਿੰਦੇ ਆ। ਅਤੇ ਇੱਧਰ ਐਗਜ਼ਾਮਪਲ ਆਪਾਂ ਦਿੱਤੀ ਹੋਈ ਆ, ਮੁੰਡੇ, ਮਾਂ, ਬਾਪ, ਪਸ਼ੂ, ਸ਼ਹਿਰ, ਦਰਿਆ। ਦਰਿਆ ਕੋਈ ਵੀ ਹੋ ਸਕਦਾ, ਆ ਨਹੀਂ ਹੈ ਕਿ ਆਪਾਂ ਨਾਮ ਦੱਸਿਆ ਵਾ ਗੰਗਾ ਹੋਊਗਾ ਜਾਂ ਸਤਲੁਜ ਹੋਊਗਾ। ਸ਼ਹਿਰ ਕੋਈ ਵੀ ਹੋ ਸਕਦਾ ਆ, ਸ਼ਹਿਰ ਅਸੀਂ ਕਾਮਨਲੀ ਦੱਸ ਦਿੱਤਾ। ਪਸ਼ੂ ਕਹਿ ਦਿੱਤਾ, ਉਹ ਉੱਧਰ ਪਸ਼ੂ ਹਨ। ਹੁਣ ਆਪਾਂ ਆ ਨਹੀਂ ਉਹਦਾ ਖਾਸ ਨਾਮ ਦੱਸਿਆ ਕਿ ਪਸ਼ੂ ਕਿਹੜਾ ਆ, ਕੁੱਤਾ ਹੈ ਕਿ ਬਿੱਲੀ ਹੈ ਕਿ ਕੀ ਹੈ। ਪੁਸਤਕ ਕਹਿ ਦਿੱਤਾ, ਪੁਸਤਕ ਦਾ ਆਪਾਂ ਨਾਮ ਨਹੀਂ ਦੱਸਿਆ, ਇਹ ਹੋ ਗਿਆ ਕਾਮਨ ਨਾਊਨ। ਥਰਡ ਹੈ ਸਮੂਹਵਾਚਕ ਨਾਮ ਜਾਂ ਇਕੱਠਵਾਚਕ ਨਾਮ। ਜਿਵੇਂ ਕਿ ਇਹਦਾ ਨਾਮ ਤੋਂ ਹੀ ਪਤਾ ਲੱਗਦਾ ਪਿਆ ਸਮੂਹ ਦੀ ਗੱਲ ਕੀਤੀ ਗਈ ਹੈ, ਜਿਹੜਾ ਸ਼ਬਦ ਕਿਸੇ ਸਮੂਹ ਜਾਂ ਇਕੱਠ ਲਈ ਵਰਤਿਆ ਜਾਵੇ। ਜਿੱਦਾਂ ਅਸੀਂ ਕਹਿੰਦੇ ਹਾਂ ਫੌਜ, ਫੌਜ ਦੇ ਵਿੱਚ ਕਾਫੀ ਬੰਦੇ ਹੋ ਗਏ। ਸ਼੍ਰੇਣੀ, ਉਹ 8ਵੀਂ ਸ਼੍ਰੇਣੀ 'ਚ ਪੜ੍ਹਦੀ ਹੈ। ਟੀਮ, ਇੱਕ ਟੀਮ ਦੇ ਵਿੱਚ 11 ਮੈਂਬਰ ਹੁੰਦੇ ਆ। ਟੋਲੀ, ਜੱਥਾ, ਜੰਝ, ਵਗ, ਹੇੜ, ਡਾਰ, ਢੇਰ, ਮਤਲਬ ਕਾਫੀ ਸਾਰੇ ਨੂੰ ਜਦੋਂ ਆਪਾਂ ਕੰਬਾਈਨ ਕਰ ਲਿਆ ਹੋ ਗਿਆ ਇਕੱਠਵਾਚਕ ਨਾਮ। ਪਦਾਰਥਵਾਚਕ ਨਾਮ ਜਾਂ ਵਸਤੂਵਾਚਕ ਨਾਮ, ਅਗੇਨ ਨਾਮ ਤੋਂ ਹੀ ਇੰਡੀਕੇਟ ਹੋ ਰਿਹਾ ਹੈ। ਇਕੱਠਵਾਚਕ ਨਾਮ ਨੂੰ ਮੈਂ ਦੁਬਾਰਾ ਫਿਰ ਤੋਂ ਦੱਸ ਰਹੀ ਹਾਂ। ਸਮੂਹਵਾਚਕ ਜਾਂ ਇਕੱਠਵਾਚਕ ਨਾਮ ਉਹ ਹੁੰਦੇ ਨੇ ਜਿਹੜੇ ਸਮੂਹ ਦੇ ਲਈ ਵਰਤੇ ਜਾਂਦੇ ਨੇ। ਜਿਵੇਂ ਕਿ ਫੌਜ ਹੋ ਗਈ, ਪੂਰੀ ਫੌਜ ਲਈ ਅਸੀਂ ਜੇ ਅਸੀਂ ਗੱਲ ਕਰ ਰਹੇ ਹਾਂ ਉੱਧਰ ਫੌਜ ਹੈ, ਅਤੇ ਉਹ ਸਮੂਹਵਾਚਕ ਨਾਮ ਅਸੀਂ ਬੋਲ ਰਹੇ ਹਾਂ। ਚਲੋ ਪਦਾਰਥਵਾਚਕ ਨਾਮ ਜਿਹੜੇ ਸ਼ਬਦ ਤੋਂ ਕਿਸੇ ਤੋਲੇ, ਮੇਣੇ ਜਾਂ ਹਾੜੇ ਜਾ ਸਕਣ ਵਾਲੇ ਪਦਾਰਥ ਦਾ ਗਿਆਨ ਹੋਵੇ ਉਸਨੂੰ ਅਤੇ ਪਦਾਰਥਵਾਚਕ ਨਾਮ ਦੀ ਆਪਾਂ ਗੱਲ ਕਰ ਰਹੇ ਹਾਂ, ਮਤਲਬ ਜਿਹੜੇ ਸ਼ਬਦ ਤੋਂ ਕਿਸੇ ਤੋਲੇ, ਮੇਣੇ ਜਾਂ ਹਾੜੇ ਜਾ ਸਕਣ ਵਾਲੇ ਪਦਾਰਥ ਦਾ ਗਿਆਨ ਹੋਵੇ ਉਸਨੂੰ ਪਦਾਰਥਵਾਚਕ ਕਿਹਾ ਜਾਂਦਾ ਹੈ। ਜਿਵੇਂ ਕਿ ਰੇਤ ਪਦਾਰਥ ਹੈ ਜਾਂ ਵਸਤੂ ਹੈ। ਪੱਥਰ, ਗੁੜ, ਸ਼ੱਕਰ, ਦੁੱਧ, ਪਾਣੀ, ਜਿਸ ਨੂੰ ਅਸੀਂ ਜਿਹੜਾ ਹੈ ਤੋਲ ਵੀ ਸਕਦੇ ਹਾਂ ਜਾਂ ਮਿਣ ਵੀ ਸਕਦੇ ਹਾਂ, ਉਸਨੂੰ ਅਸੀਂ ਕਹਿ ਸਕਦੇ ਹਾਂ ਪਦਾਰਥਵਾਚਕ ਨਾਮ ਜਾਂ ਵਸਤੂਵਾਚਕ ਨਾਮ। ਇਸ ਤੋਂ ਬਾਅਦ ਜਿਹੜਾ ਨੈਕਸਟ ਨੰਬਰ 'ਤੇ ਹੈ 5 ਨੰਬਰ ਦੇ ਵਿੱਚ ਭਾਵਵਾਚਕ। ਹੁਣ ਭਾਵਵਾਚਕ ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਹੈ, ਯਾਨੀ ਕਿ ਕੁਛ ਇੱਦਾਂ ਚੀਜ਼ਾਂ ਜਿਹਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ, ਦੇਖ ਨਹੀਂ ਸਕਦੇ। ਜਿਹੜੇ ਸ਼ਬਦ ਤੋਂ ਕਿਸੇ ਗੁਣ, ਹਾਲਤ, ਭਾਵ ਆਦਿ ਦਾ ਗਿਆਨ ਹੋਵੇ ਉਸਨੂੰ ਭਾਵਵਾਚਕ ਕਿਹਾ ਜਾਂਦਾ ਹੈ। ਜਿਨ੍ਹਾਂ ਚੀਜ਼ਾਂ ਲਈ ਭਾਵਵਾਚਕ ਨਾਮ ਵਰਤੇ ਜਾਂਦੇ ਹਨ, ਇਹਨਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ, ਵੇਖਿਆ ਜਾਂ ਛੂਹਿਆ ਨਹੀਂ ਜਾ ਸਕਦਾ। ਜਿਵੇਂ ਕਿ ਸੁੰਦਰਤਾ, ਸਿਹਤ, ਗੁਲਾਮੀ, ਗਰੀਬੀ, ਬਿਮਾਰੀ, ਖੁਸ਼ੀ, ਸੁੱਖ, ਦੁੱਖ, ਬਚਪਨ, ਬੁਢੇਪਾ, ਪਿਆਰ, ਦੇਸ਼ ਭਗਤੀ, ਵਫਾਦਾਰੀ। ਇਹ ਸਾਰਾ ਆ ਗਿਆ ਭਾਵਵਾਚਕ ਦੇ ਵਿੱਚ। ਅਤੇ ਇਹ ਜਿਹੜੇ ਸੀ ਆਪਾਂ ਨਾਂਵ ਦੇ 5 ਪ੍ਰਕਾਰ ਦੇਖੇ ਨੇ। ਨਾਂਵ ਤੋਂ ਬਾਅਦ ਆਪਾਂ ਸੈਕਿੰਡ ਨੰਬਰ ਦੇ ਵਿੱਚ ਗੱਲ ਕਰਨੀ ਹੈਗੀ ਆ ਪੜਨਾਂਵ ਦੇ ਬਾਰੇ ਦੇ ਵਿੱਚ ਜਾਂ ਪ੍ਰਨਾਊਨ ਦੇ ਬਾਰੇ ਦੇ ਵਿੱਚ। ਅਤੇ ਜਿਹੜਾ ਸੈਕਿੰਡ ਨੰਬਰ ਦੇ ਵਿੱਚ ਜਿਹੜਾ ਹੈ ਸਾਡਾ ਪੜਨਾਂਵ, ਯਾਨੀ ਕਿ ਪ੍ਰੋਨਾਊਨ, ਇਹਨੂੰ ਇੰਗਲਿਸ਼ 'ਚ ਪ੍ਰੋਨਾਊਨ ਕਿਹਾ ਜਾਂਦਾ ਹੈ, ਪੰਜਾਬੀ ਦੇ ਵਿੱਚ ਪੜਨਾਂਵ। ਹੁਣ ਇਹ ਸੈਕਿੰਡ ਨੰਬਰ ਦੇ ਵਿੱਚ ਅਸੀਂ ਇਸ ਪਾਰਟ ਦੀ ਗੱਲ ਕਰਨੀ ਹੈ।
ਤੇ ਇਸ ਬਾਰੇ ਜ਼ਰੂਰੀ ਯਾਦ ਰੱਖਣ ਵਾਲੀ ਚੀਜ਼ ਇਹ ਹੈ, ਜਿਵੇਂ ਨਾਂਵ ਦੇ ਵਿੱਚ 5 ਪ੍ਰਕਾਰ ਆਪਾਂ ਅੱਗੇ ਪੜ੍ਹੇ ਸੀ, ਇਹਦੇ ਵਿੱਚ ਆਪਾਂ ਜਿਹੜੇ ਅੱਗੇ ਹਨ ਉਹ 6 ਪ੍ਰਕਾਰ ਪੜ੍ਹਨੇ ਨੇ। ਮਤਲਬ ਪੜਨਾਂਵ ਜਿਹੜੇ ਹਨ ਉਹ ਕਿੰਨੇ ਪ੍ਰਕਾਰ ਦੇ ਹੁੰਦੇ ਆ? 6 ਪ੍ਰਕਾਰ ਦੇ ਹੁੰਦੇ ਆ। ਪੜਨਾਂਵ ਹੁੰਦੇ ਕੀ ਆ? ਉਹ ਸ਼ਬਦ ਜਿਹੜੇ ਨਾਂਵ ਸ਼ਬਦ ਦੀ ਥਾਂ 'ਤੇ ਵਰਤੇ ਜਾਣ, ਉਹਨਾਂ ਨੂੰ ਪੜਨਾਂਵ ਕਿਹਾ ਜਾਂਦਾ ਹੈ। ਜਿਵੇਂ ਨੇ ਕਿਹਾ ਹੈ ਕਿ ਨਾਂਵ ਸ਼ਬਦਾਂ ਦੀ ਬਾਰ-ਬਾਰ ਵਰਤੋਂ ਕਰਨ ਨਾਲ ਭਾਸ਼ਾ ਦੀ ਰੋਚਕਤਾ ਕਾਇਮ ਨਹੀਂ ਰਹਿੰਦੀ। ਜੇ ਆਪਾਂ ਗੱਲ ਕਰਦੇ ਹੋਏ ਇੱਕ ਹੀ ਬੰਦੇ ਦਾ ਨਾਮ ਬਾਰ-ਬਾਰ ਲਈ ਜਾ ਰਹੇ ਹਾਂ ਕਿ ਰਾਮ ਸਕੂਲ ਗਿਆ, ਰਾਮ ਨੇ ਘਰ ਆ ਕੇ ਰੋਟੀ ਖਾਈ, ਰਾਮ ਨੇ ਇਹ ਕੀਤਾ, ਰਾਮ ਨੇ ਉਹ, ਮਤਲਬ ਬਾਰ-ਬਾਰ ਉਹਦਾ ਨਾਮ ਯੂਜ਼ ਕਰ ਰਹੇ ਹਾਂ ਅਤੇ ਅਸੀਂ ਨਾਊਨ ਦੀ ਯੂਸੇਜ ਕਰ ਰਹੇ ਹਾਂ। ਲੇਕਿਨ ਆਪਾਂ ਜਦੋਂ ਬੋਲਦੇ ਹਾਂ ਉਦੋਂ ਆਪਾਂ ਪੜਨਾਂਵ ਯੂਜ਼ ਕਰਦੇ ਹਾਂ, ਯਾਨੀ ਕਿ ਬਾਰ-ਬਾਰ ਰਾਮ 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 ਕਰਨ ਦੀ ਬਜਾਏ ਆਪਾਂ ਕੀ ਕਹਾਂਗੇ? ਉਹ ਵਰਡ ਦੀ ਯੂਸੇਜ ਕਰਾਂਗੇ। ਹੁਣ ਇੱਥੇ ਇਹਨਾਂ ਨੇ ਆਹ ਦੱਸਣ ਲਈ ਕਿ ਪੜਨਾਂਵ ਹੁੰਦਾ ਕੀ ਹੈ, ਪੜਨਾਂਵ ਹੁੰਦਾ ਕੀ ਹੈ। ਬਲਰਾਜ ਦੀ ਐਗਜ਼ਾਮਪਲ ਦਿੱਤੀ ਹੋਈ ਹੈ। ਬਲਰਾਜ ਸਾਹਨੀ ਚੱਪਾ ਸਦੀ ਤੱਕ ਫਿਲਮਾਂ 'ਚ ਕੰਮ ਕਰਦਾ ਰਿਹਾ, ਉਹਨੇ 100 ਤੋਂ ਵੱਧ ਫਿਲਮਾਂ ਕੀਤੀਆਂ। ਹੁਣ ਇੱਧਰ ਬਲਰਾਜ ਦਾ ਨਾਮ ਲਿਖਣ ਦੀ ਬਜਾਏ ਇਹਨਾਂ ਨੇ ਉਹਨੇ ਵਰਡ ਲਿਖ ਦਿੱਤਾ। ਇਸ ਦੇ ਬਾਵਜੂਦ ਉਹ ਫਿਲਮੀ ਸੰਸਾਰ ਤੋਂ ਬੇਗਾਨਾ ਰਿਹਾ। ਫਿਰ ਉਹਦਾ ਅੰਤ ਹਿਕਰਨ ਕਿਸੇ ਹੋਰ ਸੰਸਾਰ ਦੀ ਤਲਾਸ਼ ਵਿੱਚ ਸੀ, ਅਜਿਹਾ ਸੰਸਾਰ ਜਿਸ ਵਿੱਚ ਸੱਚ ਸੁੱਖ ਹੋਵੇ। ਉਹ ਇਸ ਦੀ ਤਹਿ ਵਿੱਚ ਰਹਿ ਕੇ ਇੰਨੀ ਦੇਰ ਸਮਾਂ ਗੁਜ਼ਾਰਦਾ ਰਿਹਾ। ਚਲੋ ਅੱਗੇ ਇਸ ਦੇ ਵਿੱਚ ਜਿਹੜੀ ਮੇਨ ਚੀਜ਼ ਪੜ੍ਹਨ ਵਾਲੀ ਹੈ, ਇਹ ਤਾਂ ਆਪਾਂ ਪੜ੍ਹ ਲਿਆ ਪ੍ਰਨਾਊਨ ਹੁੰਦੇ ਕੀ ਆ, ਕਿੰਨੇ ਪ੍ਰਕਾਰ ਦੇ? 6 ਪ੍ਰਕਾਰ ਦੇ। ਇਸ ਨੂੰ ਥੋੜ੍ਹਾ ਡੀਪਲੀ ਪੜ੍ਹ ਲੈਂਦੇ ਹਾਂ। ਫਸਟ ਨੰਬਰ 'ਤੇ ਹੈ ਪੁਰਖਵਾਚਕ ਪੜਨਾਂਵ। ਪੁਰਖਵਾਚਕ, ਪੁਰਖ ਵਰਡ ਤੋਂ ਹੀ ਪਤਾ ਲੱਗਦਾ ਪੁਰਖ ਦੀ ਗੱਲ ਕੀਤੀ ਹੈ। ਪੁਰਖ ਜਿਹੜੇ ਹਨ ਅੱਗੇ 3 ਪ੍ਰਕਾਰ ਦੇ ਆਪਾਂ ਪੜ੍ਹਾਂਗੇ। ਮੈਂ, ਅਸੀਂ, ਤੂੰ, ਤੁਸੀਂ, ਇਹ, ਉਹ, ਆਪ ਆਦਿ। ਇਹ ਸਾਰੇ ਹੋ ਗਏ ਪੁਰਖਵਾਚਕ ਪੜਨਾਂਵ ਦੇ ਐਗਜ਼ਾਮਪਲਸ। ਵੈਸੇ ਪੁਰਖਵਾਚਕ ਪੜਨਾਂਵ ਅੱਗੇ 3 ਪਾਰਟਸ ਦਾ ਹੋਊਗਾ, ਇਸ ਨੂੰ ਅੱਗੇ ਡਿਵਾਈਡ ਕੀਤਾ ਗਿਆ ਹੈ। ਅਤੇ ਸੈਕਿੰਡ ਨੰਬਰ ਦੇ ਵਿੱਚ ਹੈ ਨਿੱਜਵਾਚਕ। ਨਿੱਜ ਤੋਂ ਮਤਲਬ ਕੀ ਪਤਾ ਲੱਗਦਾ ਹੈ? ਆਪ, ਆਪਣਾ। ਜਦੋਂ ਅਸੀਂ ਖੁਦ ਹੀ ਆਪਣੀ ਗੱਲ ਕਰ ਰਹੇ ਹਾਂ ਉਸਨੂੰ ਕਹਿੰਦੇ ਆਪਾਂ ਨਿੱਜਵਾਚਕ ਪੜਨਾਂਵ। ਨਿਸ਼ਚੈਵਾਚਕ ਸਾਨੂੰ ਪੱਕਾ ਨਿਸ਼ਚੇ ਹੈ, ਇਹ, ਉਹ। ਅਨਿਸ਼ਚੈਵਾਚਕ ਸਾਨੂੰ ਕੋਈ ਨਿਸ਼ਚਾ ਨਹੀਂ ਹੈ। ਸੰਬੰਧਵਾਚਕ ਜਿਹੜਾ ਸੰਬੰਧ ਪ੍ਰਗਟ ਕਰੇ। ਪ੍ਰਸ਼ਨਵਾਚਕ ਕੌਣ, ਕਿਹੜਾ, ਕੀ, ਕਿਹਨੂੰ। ਹੁਣ ਆਪਾਂ ਇਹਨੂੰ ਥੋੜ੍ਹਾ ਡਿਟੇਲ ਦੇ ਵਿੱਚ ਪੜ੍ਹ ਲੈਂਦੇ ਹਾਂ। ਪੁਰਖਵਾਚਕ ਪੜਨਾਂਵ, ਇਸ ਨੂੰ ਅੱਗੇ ਆਪਾਂ 3 ਪਾਰਟਸ ਦੇ ਵਿੱਚ ਡਿਵਾਈਡ ਕਰਨਾ ਹੈ। ਜਿਹੜਾ ਫਸਟ ਪਾਰਟ ਹੈ, ਪੁਰਖਵਾਚਕ ਪੜਨਾਂਵ ਆਪਸ ਵਿੱਚ ਗੱਲਬਾਤ ਕਰਦੇ ਹੋਏ ਅਸੀਂ ਆਪਣਾ ਜਾਂ ਕਿਸੇ ਦੂਸਰੇ ਪੁਰਖ ਦਾ ਨਾਮ ਲੈਣ ਦੀ ਥਾਂ ਜਿਹੜੇ ਸ਼ਬਦ ਦੀ ਵਰਤੋਂ ਕਰਦੇ ਹਾਂ ਉਸਨੂੰ ਪੁਰਖਵਾਚਕ ਪੜਨਾਂਵ ਕਿਹਾ ਜਾਂਦਾ ਹੈ। ਜਿਵੇਂ ਗੱਲ ਕਰਦੇ ਹੋਏ ਮੈਂ, ਤੂੰ, ਉਹ ਆਦਿ ਸਿਰਫ ਪੁਰਖਾਂ ਦੇ ਲਈ ਹੀ ਵਰਤੇ ਜਾਂਦੇ ਹਨ। ਅਤੇ ਪੁਰਖਵਾਚਕ ਪੜਨਾਂਵ ਜਿਹੜੇ ਨੇ ਉਹ 3 ਪ੍ਰਕਾਰ ਦੇ ਹੁੰਦੇ ਆ। ਪਹਿਲਾ ਪੁਰਖ, ਦੂਜਾ ਪੁਰਖ, ਤੀਜਾ ਪੁਰਖ। ਅਤੇ ਇਹਦੇ ਵੀ ਜਿਹੜਾ ਪਹਿਲਾ ਪੁਰਖ ਮਤਲਬ ਜੋ ਗੱਲ ਕਰਦੇ, ਜੋ ਪੁਰਖ ਗੱਲ ਕਰਦਾ ਉਸਨੂੰ ਪਹਿਲਾ ਪੁਰਖ ਕਿਹਾ ਜਾਂਦਾ। ਜਿਵੇਂ ਅਗਰ ਮੈਂ ਗੱਲ ਕਰ ਰਹੀ ਹਾਂ ਤਾਂ ਮੈਂ ਕੀ ਹੋਈ? ਮੈਂ ਪਹਿਲਾ ਪੁਰਖ ਹੋਈ। ਅਤੇ ਗੱਲ ਕਰਨ ਵੇਲੇ ਮੈਂ ਆਪਣਾ ਨਾਮ ਨਹੀਂ ਲਊਂਗੀ, ਮੈਂ ਕਰਕੇ ਗੱਲ ਕਰੂੰਗੀ। ਜਿੱਦਾਂ ਕਿ ਮੈਂ ਪੜ੍ਹ ਰਹੀ ਹਾਂ, ਮੈਂ ਕੰਮ ਕਰ ਰਹੀ ਹਾਂ। ਇਹ ਸਾਰੇ ਸ਼ਬਦ ਪਹਿਲੇ ਪੁਰਖ ਦੇ ਪੁਰਖਵਾਚਕ ਹਨ। ਮੈਂ, ਅਸੀਂ, ਸਾਨੂੰ, ਸਾਡਾ। ਦੂਜਾ ਪੁਰਖ ਉਹ ਪੁਰਖ ਹੁੰਦਾ ਜਿਸ ਨਾਲ ਮੈਂ ਗੱਲ ਕਰ ਰਹੀ ਹਾਂ। ਅਤੇ ਦੂਸਰਾ ਪੁਰਖ ਜਿਸ ਨਾਲ ਗੱਲ ਕੀਤੀ ਜਾਂਦੀ ਹੈ ਉਸਨੂੰ ਦੂਜਾ ਪੁਰਖ ਕਿਹਾ ਜਾਂਦਾ ਹੈ। ਗੱਲ ਕਰਨ ਵਾਲਾ ਉਸਦਾ ਨਾਂ ਲੈਣ ਦੀ ਥਾਂ, ਯਾਨੀ ਕਿ ਜਿਸ ਨਾਲ ਮੈਂ ਗੱਲ ਕਰ ਰਹੀ ਹਾਂ ਉਸਦਾ ਨਾਮ ਲੈਣ ਦੀ ਬਜਾਏ ਮੈਂ ਤੂੰ, ਤੁਹਾਨੂੰ, ਤੁਸੀਂ, ਤੈਨੂੰ, ਤੁਹਾਡਾ ਸ਼ਬਦਾਂ ਦੀ ਵਰਤੋਂ ਕਰਕੇ ਬੁਲਾ ਸਕਦੀ ਹਾਂ। ਥਰਡ ਨੰਬਰ ਦੇ ਵਿੱਚ ਜਿਹੜਾ ਹੈ ਇਸ ਨੂੰ ਕਿਹਾ ਜਾਂਦਾ ਹੈ ਤੀਜਾ ਪੁਰਖ। ਜਿਸ ਪੁਰਖ ਬਾਰੇ ਗੱਲ ਕੀਤੀ ਜਾ ਰਹੀ ਹੈ, ਮਤਲਬ 2 ਬੰਦੇ ਮਿਲ ਕੇ ਅਗਰ ਤੀਸਰੇ ਬੰਦੇ ਬਾਰੇ ਗੱਲ ਕਰ ਰਹੇ ਆ ਤਾਂ ਉਸਨੂੰ ਤੀਜਾ ਪੁਰਖ ਕਿਹਾ ਜਾਂਦਾ ਹੈ। ਅਤੇ ਤੀਸਰੇ ਪੁਰਖ ਦਾ ਬਾਰ-ਬਾਰ ਨਾਮ ਲੈਣ ਦੀ ਬਜਾਏ ਅਸੀਂ ਕੀ ਕਹਿੰਦੇ ਆ? ਉਹ, ਉਸਦਾ, ਉਹਦੀ, ਉਹਨਾਂ, ਇਹ, ਇਹਨਾਂ, ਇਹਦਾ, ਇਹਦੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਇਹਨਾਂ ਨੇ ਇਸ ਦੇ ਇੱਕ ਵਚਨ ਅਤੇ ਬਹੁਵਚਨ ਰੂਪ ਦਿੱਤੇ ਹੋਏ ਆ ਕਿ ਉਹ ਆ ਗਿਆ ਹੈ ਇੱਕ ਵਚਨ ਦੇ ਵਿੱਚ ਯੂਜ਼ ਕਰਦੇ ਹਾਂ, ਉਹ ਆ ਗਏ ਹਨ, ਗਏ ਹੋ ਗਏ ਯਾਨੀ ਕਿ ਬਹੁਵਚਨ ਦੇ ਵਿੱਚ। ਇਹਨਾਂ ਨੇ ਮੇਰੇ ਕੰਮ ਵਿੱਚ ਬੋਲਣਾ ਠੀਕ ਨਹੀਂ, ਇਹਨਾਂ ਦਾ ਮੇਰੇ ਕੰਮ ਵਿੱਚ ਬੋਲਣਾ ਠੀਕ ਨਹੀਂ। ਉਹਨਾਂ ਨੇ ਅੱਜ ਇੱਥੇ ਕੀ ਕਰਨ ਆਉਣਾ ਹੈ? ਇਹਨਾਂ, ਇਹ ਵੀ ਬਹੁਵਚਨ ਹੋ ਗਿਆ, ਉਹਨਾਂ ਵੀ ਬਹੁਵਚਨ ਹੋ ਗਿਆ। ਤੀਜੇ ਪੁਰਖ ਨੂੰ ਅਨਯ ਪੁਰਖ ਵੀ ਕਿਹਾ ਜਾਂਦਾ ਹੈ। ਨੈਕਸਟ ਜਿਹੜਾ ਹੈ ਸੈਕਿੰਡ ਨੰਬਰ 'ਤੇ ਨਿੱਜਵਾਚਕ ਪੜਨਾਂਵ। ਨਿੱਜਵਾਚਕ ਨਿੱਜ ਵਰਡ ਤੋਂ ਹੀ ਪਤਾ ਲੱਗਦਾ ਪਿਆ। ਨਿੱਜ ਮਤਲਬ ਜੇ ਅਸੀਂ ਗੱਲ ਕਰਦੇ ਹੋਏ ਉਹ ਪੜਨਾਂਵ ਜੋ ਨਾਮ ਦੇ ਨਾਲ ਆ ਕੇ ਉਸੇ ਨਾਮ ਦੀ ਨਿੱਜਤਾ ਨੂੰ ਪ੍ਰਗਟਾਵੇ ਉਸਨੂੰ ਨਿੱਜਵਾਚਕ ਪੜਨਾਂਵ ਕਹਿੰਦੇ ਹਨ। ਪੰਜਾਬੀ ਭਾਸ਼ਾ ਵਿੱਚ ਸਿਰਫ ਆਪ ਨਿੱਜਵਾਚਕ ਪੜਨਾਂਵ ਹੈ। ਨਿੱਜ ਵਰਡ ਤੋਂ ਪਤਾ ਲੱਗ ਰਿਹਾ ਕਿ ਆਪ ਮੋਸਟਲੀ ਪੰਜਾਬੀ ਦੇ ਵਿੱਚ ਜੇ ਆਪ ਵਰਡ ਦੀ ਗੱਲ ਕੀਤੀ ਗਈ ਹੈ ਤਾਂ ਮਤਲਬ ਅਸੀਂ ਨਿੱਜਵਾਚਕ ਪੜਨਾਂਵ ਦੀ ਗੱਲ ਕਰਦੇ ਪਏ ਹਾਂ। ਜਿੱਦਾਂ ਕਿ ਉਹ ਆਪ ਤੁਹਾਡੇ ਨਾਲ ਗੱਲ ਕਰੇਗਾ, ਇੱਧਰ ਆਪ ਕੀ ਹੈ? ਨਿੱਜਵਾਚਕ ਪੜਨਾਂਵ। ਉਸ ਬੰਦੇ ਦੀ ਨਿੱਜਤਾ ਦੀ ਗੱਲ ਕੀਤੀ ਗਈ ਹੈ। ਅੱਜ ਕੱਲ੍ਹ ਦੇ ਨੌਜਵਾਨ ਨਸ਼ੇ ਕਰਕੇ ਆਪਣੇ ਆਪ ਨੂੰ ਤਬਾਹ ਕਰ ਰਹੇ ਹਨ। ਕਹਿੰਦੇ ਕਿ ਸਿਰਫ ਆਪ ਹੀ ਨਿੱਜਵਾਚਕ ਪੜਨਾਂਵ ਹੁੰਦਾ ਹੈ, ਲੇਕਿਨ ਆਪਣਾ, ਆਪਣੇ, ਆਪ, ਆਪਸ ਆਦਿ ਬਣਾ ਲਏ ਜਾਂਦੇ ਹਨ।
ਉਹ ਆਪ ਤੁਹਾਡੇ ਨਾਲ ਗੱਲ ਕਰੇਗਾ, ਇਸ ਵਿੱਚ ਆਪ ਹੋ ਗਿਆ। ਉਹ ਆਪਣੇ ਆਪ ਨੂੰ ਤਬਾਹ ਕਰ ਰਹੇ ਹਨ, ਆਪਣੇ ਆਪ ਇਸ ਵਿੱਚ ਨਿਜਵਾਚਕ ਪੜ੍ਹਨਾਂਵ ਹੋ ਗਿਆ। ਉਹਨਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਹੈ। ਆਪਸ ਕੀ ਹੋ ਗਿਆ? ਨਿਜਵਾਚਕ ਪੜ੍ਹਨਾਂਵ। ਆਪ ਸ਼ਬਦ ਨਿਜਵਾਚਕ ਪੜ੍ਹਨਾਂਵ ਵੀ ਹੋ ਸਕਦਾ ਹੈ ਅਤੇ ਪੁਰਖਵਾਚਕ ਪੜ੍ਹਨਾਂਵ ਵੀ, ਪਰ ਨਿਜਵਾਚਕ ਪੜ੍ਹਨਾਂਵ ਤਿੰਨਾਂ ਪੁਰਖਾਂ ਦੇ ਨਾਲ ਵਰਤਿਆ ਜਾਂਦਾ ਹੈ। ਸੋ ਜੋ 3rd ਨੰਬਰ ਦੇ ਵਿੱਚ ਹੈ, ਅਸੀਂ ਇਹਦੇ ਵਿੱਚ ਪੜ੍ਹਨਾਂਵ ਦੇ ਵਿੱਚ 6 ਦੇ ਟਾਈਪ ਪੜ੍ਹਦੇ ਪਏ ਹਾਂ। 3rd ਨੰਬਰ ਦੀ ਜਿਹੜੀ ਦੇ ਟਾਈਪ ਹੈ ਉਹ ਹੈ ਨਿਸ਼ਚੈਵਾਚਕ ਪੜ੍ਹਨਾਂਵ। ਮਤਲਬ ਜਦੋਂ ਆਪਾਂ ਗੱਲ ਕਰ ਰਹੇ ਹਾਂ, ਸਾਨੂੰ ਜਿਸ ਬਾਰੇ ਵਰਡ ਬਾਰੇ ਗੱਲ ਕਰ ਰਹੇ ਹਾਂ ਉਹਦਾ ਬਾਰੇ ਨਿਸ਼ਚੈ ਸਾਨੂੰ ਪਤਾ ਹੈ। ਚਲੋ ਐਗਜ਼ਾਮਪਲ ਪੜ੍ਹ ਲੈਂਦੇ ਹਾਂ। ਨਵੇਂ ਮੁੱਖ ਅਧਿਆਪਕ ਜੀ ਸਕੂਲ ਦੀ ਜਾਣਕਾਰੀ ਦਿੰਦੇ ਹੋਏ ਸੈਕੰਡ ਮਾਸਟਰ ਜੀ ਨੂੰ ਦੱਸ ਰਹੇ ਸਨ, ਇਹ ਸਕੂਲ ਦਾ ਦਫ਼ਤਰ ਹੈ, ਉਹ ਡਰਾਇੰਗ ਰੂਮ ਹੈ, ਉਹ ਸਾਇੰਸ ਦੇ ਮਾਸਟਰ ਹਨ। ਮਤਲਬ ਸਾਨੂੰ ਉਹਨਾਂ ਨੂੰ ਪੱਕਾ ਪਤਾ ਹੈ ਕਿ ਉਹ ਕੌਣ ਹੈ, ਇਹ ਕੌਣ ਹੈ, ਇਹ ਗੁਰਬਾਣੀ ਅਤੇ ਸੰਗੀਤ ਦੇ ਵਿਦਵਾਨ ਹਨ। ਮਤਲਬ ਜੋ ਆਪਾਂ ਕਿਸੇ ਬਾਰੇ ਗੱਲ ਕਰਦੇ ਹਾਂ ਉਸ ਵੱਲ ਇਸ਼ਾਰਾ ਕਰਕੇ ਇਹ ਨੇ, ਉਹ ਨੇ, ਮਤਲਬ ਸਾਨੂੰ ਪੱਕਾ ਪਤਾ ਹੈ ਕਿ ਉਹੀ ਬੰਦਾ ਹੈ। ਅਸੀਂ ਨਿਸ਼ਚੈਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ, ਪੂਰੇ ਨਿਸ਼ਚੈ ਨਾਲ ਬੋਲ ਰਹੇ ਹਾਂ। ਅਨਿਸ਼ਚੈਵਾਚਕ ਨਾਂਵ ਸ਼ਬਦ ਦੀ ਥਾਂ ਵਰਤੇ ਜਾਣ ਵਾਲੇ ਜਿਹੜੇ ਪੜ੍ਹਨਾਂਵ ਸ਼ਬਦ ਤੋਂ ਕਿਸੇ ਵਿਅਕਤੀ, ਜੀਵ, ਵਸਤੂ, ਸਥਾਨ ਆਦਿ ਦਾ ਸਪਸ਼ਟ ਜਾਂ ਨਿਸ਼ਚਿਤ ਗਿਆਨ ਨਾ ਹੋਵੇ, ਸਗੋਂ ਅਸਪਸ਼ਟ ਅਤੇ ਅਨਿਸ਼ਚਿਤ ਸੰਕੇਤ ਜਿਹਾ ਹੋਵੇ, ਉਸਨੂੰ ਅਨਿਸ਼ਚੈਵਾਚਕ ਕਿਹਾ ਜਾਂਦਾ ਹੈ। ਅਨਿਸ਼ਚੈਵਾਚਕ ਮਤਲਬ ਅਸੀਂ ਗੱਲ ਤਾਂ ਕਰ ਰਹੇ ਹਾਂ ਕੋਈ ਨਾਮ ਦੀ ਜਗ੍ਹਾ ਕੋਈ ਵਰਡ ਲਗਾ ਕੇ ਪੜ੍ਹਨਾਂਵ, ਲੇਕਿਨ ਸਾਨੂੰ ਪੱਕਾ ਨਹੀਂ ਪਤਾ। ਜਿਵੇਂ ਕਿ ਕਈ ਪੜ੍ਹਾਈ ਵਿੱਚ ਵੀ ਉਨੀ ਹੀ ਦਿਲਚਸਪੀ ਰੱਖਦੇ ਨੇ ਜਿੰਨੀ ਖੇਡਾਂ ਵਿੱਚ। ਵਿਗਿਆਨ ਦੀਆਂ ਕਾਢਾਂ ਨਾਲ ਅਨੇਕਾਂ ਦਾ ਜੀਵਨ ਸੁਖਾਲਾ ਹੋਇਆ ਹੈ। ਗਰੀਬ ਨਾਲ ਵਿਰਲਾ ਹੀ ਚੰਗਾ ਵਰਤਾਅ ਕਰਦਾ ਹੈ। ਸਾਰੇ ਹੀ ਹਾਜ਼ਰ ਸਨ ਪਰ ਕੁਸਰਿਆ ਕੋਈ ਵੀ ਨਹੀਂ। ਹੁਣ ਇਹਦੇ ਵਿੱਚ ਜਿਹੜਾ ਪੜ੍ਹਨਾਂਵ ਹੈ ਉਹ ਹੈ, ਅਤੇ ਇਸ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਨੈਕਸਟ ਹੈ 5 ਨੰਬਰ ਦੇ ਵਿੱਚ ਸੰਬੰਧਵਾਚਕ ਪੜ੍ਹਨਾਂਵ। ਸੰਬੰਧ ਵਰਡ ਤੋਂ ਪਤਾ ਲੱਗਦਾ ਜਿਹੜਾ ਸ਼ਬਦ ਨਾਂਵ ਸ਼ਬਦ ਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਦੋ ਵਾਕਾਂ ਦਾ ਸੰਬੰਧ ਜੋੜੇ, ਉਸਨੂੰ ਸੰਬੰਧਵਾਚਕ ਕਿਹਾ ਜਾਂਦਾ। ਯਾਨੀ ਕਿ ਇੱਕ ਤਾਂ ਨਾਂਵ ਦੀ ਜਗ੍ਹਾ 'ਤੇ ਯੂਜ਼ ਹੋ ਰਿਹਾ ਪਰ ਸੰਬੰਧ ਵੀ ਦੋਵਾਂ ਦਾ ਜੋੜਦਾ ਪਿਆ। ਜੋ ਕਰੇਗਾ ਸੋ ਭਰੇਗਾ। ਜੋ ਬੰਦੇ ਦਾ ਨਾਮ ਨਹੀਂ ਆਪਾਂ ਲਿਆ ਕਿ ਰਾਮ ਕਰੇਗਾ ਸ਼ਾਮ ਭਰੇਗਾ, ਰਾਮ ਕਰੇਗਾ ਰਾਮ ਭਰੇਗਾ। ਜੋ ਸੋ ਵਰਡ ਲਗਾਤਾ। ਮੇਰਾ ਇੱਕ ਜਮਾਤੀ ਹੈ ਜਿਹੜਾ ਹਰ ਵੇਲੇ ਪੜ੍ਹਦਾ ਰਹਿੰਦਾ ਹੈ। ਰਾਮ ਨਹੀਂ ਅਸੀਂ ਕਿਹਾ ਕਿ ਰਾਮ ਹਰ ਵੇਲੇ ਪੜ੍ਹਦਾ ਰਹਿੰਦਾ ਹੈ। ਜਿਹੜਾ ਵਰਡ ਬੋਲ ਲਿਆ ਅਤੇ ਆਹ ਦੋ ਲਾਈਨਾਂ ਨੂੰ ਆਪਸ ਦੇ ਵਿੱਚ ਜੋੜ ਵੀ ਰਿਹਾ ਹੈ। ਸੰਬੰਧ ਵੀ ਦੱਸਦਾ ਹੈ ਕਿ ਮੇਰਾ ਇੱਕ ਜਮਾਤੀ ਹੈ ਉਹ ਹੀ ਹਰ ਵੇਲੇ ਪੜ੍ਹਦਾ ਰਹਿੰਦਾ ਹੈ। ਜਿਹੜਾ ਸੰਬੰਧਵਾਚਕ ਮੀਨਸ ਮੇਨਲੀ ਆਹ ਸੰਬੰਧ ਸ਼ੋਅ ਕਰਦਾ ਪਿਆ। ਚਲੋ ਪ੍ਰਸ਼ਨਵਾਚਕ ਪੜ੍ਹਨਾਂਵ। ਪ੍ਰਸ਼ਨਵਾਚਕ ਮਤਲਬ ਉਹ ਸ਼ਬਦ ਨਾਂਵ ਸ਼ਬਦ ਦੀ ਥਾਂ 'ਤੇ ਵਰਤਿਆ ਜਾਵੇ ਪਰ ਨਾਲ ਹੀ ਉਸਦੇ ਨਾਲ ਕੋਈ ਪ੍ਰਸ਼ਨ ਵੀ ਪੁੱਛਿਆ ਜਾਵੇ। ਕਿਵੇਂ? ਕੌਣ, ਕੀ, ਕਿਹੜਾ, ਕਿਹਨੂੰ। ਜਮਾਤ ਵਿੱਚ ਕੌਣ ਰੌਲਾ ਪਾ ਰਿਹਾ ਹੈ। ਅਸੀਂ ਇਹ ਨਹੀਂ ਕਹਿ ਰਹੇ ਜਮਾਤ ਵਿੱਚ ਬੱਚੇ ਰੌਲਾ ਪਾ ਰਹੇ ਹਨ, ਕੌਣ ਰੌਲਾ ਪਾ ਰਿਹਾ ਹੈ। ਤੁਸੀਂ ਬਾਜ਼ਾਰ ਵਿੱਚੋਂ ਕੀ ਕੁਝ ਖਰੀਦਿਆ ਹੈ, ਤੁਹਾਨੂੰ ਇਹ ਗੱਲ ਕਿਸ ਨੇ ਦੱਸੀ। ਅਤੇ ਇਹ ਸਾਰੇ ਜਿਹੜੇ ਸੀ ਇਹ ਪੜ੍ਹਨਾਂਵ ਪ੍ਰਸ਼ਨਵਾਚਕ ਪੜ੍ਹਨਾਂਵ ਦੇ 6 ਪਾਰਟ ਹੋ ਗਏ। ਅਤੇ ਉਸ ਤੋਂ ਬਾਅਦ ਪੁਰਖਵਾਚਕ ਪੜ੍ਹਨਾਂਵ ਦੀ ਕਾਰਕ ਸਾਧਨਾ। ਇੱਕ ਵਚਨ ਬਹੁਵਚਨ ਦੀ ਗੱਲ ਕੀਤੀ ਹੈ। ਜੇ ਮੈਂ ਇੱਕ ਵਚਨ ਹੈ ਤਾਂ ਅਸੀਂ, ਬਹੁਵਚਨ ਕੀ ਹੋ ਗਿਆ? ਅਸੀਂ ਜਾਂ ਅਸਾਂ। ਮੈਨੂੰ ਇੱਕ ਵਚਨ ਹੈ। ਬਹੁਤਾਂ ਦੀ ਗੱਲ ਕਰਾਂਗੇ ਤਾਂ ਅਸੀਂ ਕਹਾਂਗੇ ਸਾਨੂੰ। ਮੇਰੇ ਰਾਹੀਂ ਮੈਥੋਂ। ਬਹੁਤਾਂ ਦੀ ਗੱਲ ਕਰਾਂਗੇ ਅਸੀਂ ਕਹਾਂਗੇ ਸਾਡੇ ਰਾਹੀਂ ਸਾਥੋਂ। ਇਸੇ ਤਰ੍ਹਾਂ ਮੇਰੇ ਵਾਸਤੇ ਮੇਰੇ ਲਈ, ਸਾਡੇ ਵਾਸਤੇ ਸਾਡੇ ਲਈ। ਮੈਥੋਂ ਮੇਰੇ ਪਾਸੋਂ ਮੇਰੇ ਕੋਲੋਂ, ਸਾਥੋਂ ਸਾਡੇ ਪਾਸੋਂ ਸਾਡੇ ਕੋਲੋਂ। ਮੇਰਾ ਮੇਰੇ ਮੇਰੀ ਮੇਰੀਆਂ, ਸਾਡਾ ਸਾਡੇ ਸਾਡੇ ਸਾਡੀਆਂ। ਇਹ ਐਕਚੁਅਲੀ ਗੱਲ ਕੀਤੀ ਗਈ ਹੈ ਕਰਤਾ ਕਾਰਕ, ਕਰਮ ਕਾਰਕ, ਕਰਨ ਕਾਰਕ, ਕਰਤਾ ਕਰਮ ਕਰਨ, ਸੰਪਰਦਾਨ ਅਪਾਦਾਨ ਸੰਬੰਧ ਅਤੇ ਅਧਿਕਰਨ ਦੀ। ਅਤੇ ਇਹਦੇ ਵਿੱਚ ਦੂਜਾ ਪੁਰਖ ਜਿਵੇਂ ਅਸੀਂ ਪਹਿਲਾ ਪੁਰਖ ਪੜ੍ਹਿਆ, ਇਸ ਤਰ੍ਹਾਂ ਦੂਜੇ ਪੁਰਖ ਦੇ ਇੱਕ ਵਚਨ ਬਹੁਵਚਨ ਦਿੱਤੇ ਗਏ ਹਨ। ਤੂੰ ਦਾ ਤੁਸੀਂ, ਤੈਨੂੰ ਦਾ ਤੁਹਾਨੂੰ, ਤੇਰੇ ਰਾਹੀਂ ਦਾ ਤੁਹਾਡੇ ਰਾਹੀਂ, ਤੇਥੋਂ ਦਾ ਤੁਹਾਥੋਂ। ਅਤੇ ਇਸੇ ਤਰ੍ਹਾਂ ਨਾਲ ਤੀਸਰਾ ਜਿਹੜਾ ਪੁਰਖ ਹੈ ਯਾਨੀ ਕਿ ਜਿਹੜਾ ਅਨਯ ਪੁਰਖ ਹੈ ਉਸਦੇ ਵੀ ਬਹੁਵਚਨ ਦਿੱਤੇ ਗਏ ਹਨ। ਜਿਵੇਂ ਕਿ ਇਹ, ਉਹ, ਉਸਨੇ, ਇਹਨੇ, ਉਸਨੂੰ, ਇਸਨੂੰ। ਇਸ ਨਾਲ, ਉਸ ਨਾਲ, ਇਹਨਾਂ ਨਾਲ, ਉਹਨਾਂ ਨਾਲ, ਇਹਦੇ ਲਈ, ਉਹਦੇ ਲਈ, ਇਹਨਾਂ ਲਈ, ਉਹਨਾਂ ਲਈ ਆਦਿ। ਪੜ੍ਹਨਾਂਵ ਦੇ ਐਕਚੁਅਲੀ ਜਿਹੜੇ ਮੇਨ 6 ਪ੍ਰਕਾਰ ਆਪਾਂ ਪੜ੍ਹਨੇ ਸੀ ਉਹ 6 ਪ੍ਰਕਾਰ ਪੂਰੇ ਹੋ ਚੁੱਕੇ ਨੇ। ਅਤੇ ਹੁਣ ਅਸੀਂ 3rd ਨੰਬਰ 'ਤੇ ਗੱਲ ਕਰਨੀ ਹੈ ਵਿਸ਼ੇਸ਼ਣ ਦੀ। ਵਿਸ਼ੇਸ਼ਣ ਯਾਨੀ ਕਿ ਐਡਜੈਕਟਿਵ, ਜਿਹਨੂੰ ਇੰਗਲਿਸ਼ ਐਡਜੈਕਟਿਵ ਕਿਹਾ ਜਾਂਦਾ। ਵਿਸ਼ੇਸ਼ਣ ਯਾਨੀ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਵਿਸ਼ੇਸ਼ਤਾ ਦੱਸਣੀ। ਹੁਣ ਯਾਦ ਰੱਖਣ ਵਾਲੀ ਚੀਜ਼ ਇਹ ਹੈ
कि सब तो पहला नाउन दे विच 5 टाइप पढ़े सी, नाउन तो बाद प्रनाउन दे विच 6 टाइप पढ़े सी। अगेन हुण असीं विशेषण 'च आ गए हाँ। विशेषण दे विच किन्ने टाइप ने? विशेषण दे विच असीं 5 प्रकार दे पढ़ने ने, 5 टाइप्स दे हुंदे ने। 5 पहला सी 5, सैकेंड नंबर ते प्रनाउन जिहड़े सी उसे 6, थर्ड नंबर ते जिहड़े विशेषण हन ओह, सो विशेषण जिहड़े ने ओह 5 तरह दे ने हुंदे ने। ते जिहड़े शब्द किसी नाम जां प्रनाम दे नाल आ के उसकी विशेषता दस्से उसनूं विशेषण किया जाता है। जिवें कि उसकी गिणती मिणती दस सकता है, गुण अवगुण दस सकता है, लक्षण रंग अवस्था आदि का बोध करवा सकता है। इसनूं विशेषण किया जाता है। जिवें कि वो काले रंग का कपड़ा पा के जा रहा सी, इस विच काला की हो गया? विशेषण, कपड़े की विशेषता हो गई काला। तो चलो इसनूं अगे अगे आपां फुल डिटेल दे विच थोड़ा जिहा पढ़ना है, पढ़ लैंदे हां। विशेषण 5 प्रकार के हुंदे हन। गुणवाचक विशेषण, संख्यावाचक विशेषण, परिमाणवाचक विशेषण, निश्चयवाचक विशेषण जां पड़नावी विशेषण। पहले नंबर पर जोड़ा है गुणवाचक विशेषण, मतलब किसी के गुण की विशेषता दसे, गुण दसे किसी नाम जां पड़नाम का, उसनूं गुणवाचक विशेषण किया जाता है। जिवें बच्चे नेक, बच्चे की विशेषता दसी हुई है नेक। आदत की विशेषता दसी हुई है माड़ी। दरख्त की विशेषता दसी हुई है उच्चा। कपड़े की काला। गोरी गां। शहरी लोक, लोकां की विशेषता शहरी। रहन सहन चंगेरा। अहुदा उच्चतम। तो इस विच मतलब विशेषता दसी हुई है नाम जां पड़नाम की। जिवें कि बच्चे ने, बच्चे की हो गए? बच्चे ने कॉमन नाउन यानी कि आम नाउन, तो उन्होंने विशेषता हो गई नेक। आदत की हो गई? आदत भी नाउन हो गया, नाम हो गया, पर उसकी विशेषता है माड़ी। तो इस तरह सारे जोड़े गुणवाचक विशेषण के असीं नाउन या प्रनाउन की विशेषता दसनी है, उसकी विशेषता की है। उस तो बाद ये कुछ एक पॉइंट्स दसे हुए ने। नेक चंगा मतलब किहड़े वर्ड आपां यूज़ कर सकते ने। उच्चा नीवा बोल सकते हैं, मोटा पतला, नरम गरम, रोगी जवान, बुढ़ा आदि सारे जोड़े ने बहुत ही ईजी एग्जाम्पल्स ने ये। तो गुणवाचक विशेषण तो बाद इहदियां अवस्थावां की गल की हुई है। अवस्थावां जिहड़ियां हुंदियां न 3 तरह ਦੀਆਂ ਹੁੰਦੀਆਂ ਨੇ, सधारण अवस्था, अधिकतर अवस्था ते उच्चतम अवस्था। मतलब असीं कह सकते हैं राम एक चंगा बालक है। चंगेरा जो आपां 2 बंदियां दा कंपैरिजन करते हैं कि राम शाम नालों चंगेरा है, सब तो चंगा, मतलब कई लोगों नाल आपां कंपेयर कर रहे हैं, राम पूरी क्लास में सब तो चंगा है। इस तरह लंबा सधारण अवस्था जो आपां इकल्ले बंदे की गल कर रहे हैं, लमेरा दोवां दा कंपैरिजन कर रहे हैं, सब तो लम्मा पूरी क्लास की गल कर रहे हैं। संख्यावाचक विशेषण मतलब ये संख्या नाल रिलेटिड है कुछ, जिस विच किसी नाम या प्रनाम शब्दों की गिणती दे बारे गल होवे। ये 2 प्रकार का है जी। निश्चित संख्यावाचक विशेषण, अनिश्चित संख्यावाचक विशेषण। मतलब कई बार सानू संख्या का पूरी जानकारी होंदी है, निश्चित साडे कोल संख्या होंदी है, कई बार अनिश्चित संख्या होंदी है। मतलब नाउन या प्रनाउन दे नाल इहदे विच कुछ संख्या वगैरह लगी हुई है। 1 2 3 4 5, चलो ये सारे जोड़े ने संख्यावां, इहदे विच आपां संख्यावां की गल करनी है। 7वां 8वां 10वां भी सारिया संख्यावां की ही क्रमवाचक रूप दे विच लिखा गया है। निश्चित संख्यावाचक विशेषण। निश्चित संख्यावाचक विशेषण तो बाद असी सैकेंड नंबर पर गल करनी है अनिश्चित संख्यावाचक विशेषण। यानी कि ये संख्यावां तो हैं पर अनिश्चित ने, सानू पता नहीं है, सिर्फ अनुमान विच ही दर्शाता है। विशेषण गिणती नूं सिर्फ अनुमान विच ही दर्शाता है, जिवें 5 कू, 1 अद्धा, थोड़े बहुते, कई आदि। मतलब सानू अंदाजा है, सानू पक्का नहीं पता कितना है, अनिश्चितवाचक है। तो इस तरह ना आपां संख्यावाचक विशेषण नूं 2 भागां दे विच वंडिया, निश्चयवाचक, अनिश्चितवाचक। परिमाणवाचक, परिमाणवाचक जिहड़ी है तोल माप की गल करदा, जिवें असीं नाउन दे विच भी पढ़िया सी। जिहड़े विशेषण शब्द तो मिणती, तोल जां माप का पता लगे उसनूं परिमाणवाचक या मिणतीवाचक कहा जाता है। ये भी अगे 2 प्रकार के ने। निश्चित परिमाणवाचक दे विच साडे कोल पूरा पता है तोल के कि वो कितना है, 2 को हत्थ लम्मा। मिणती तोल जां माप का पता लगे उसनूं परिमाणवाचक कहा जाता है, बहुता, थोड़ा, काफ़ी, गिठ, कू आदि। निश्चित परिमाणवाचक विशेषण जिवें 2 को हत्थ लम्मा, ये 4 को किलो आटा, गिठ भर कपड़ा। अनिश्चित थोड़ा, बहुत, सारा। अनिश्चित है सानू नहीं पता कितना है। उस तो बाद नैक्सट नंबर पर है निश्चयवाचक विशेषण। निश्चयवाचक
ਨੂੰ ਵੀ ਆਪਾਂ 2 ਭਾਗਾਂ ਦੇ ਵਿੱਚ ਵੰਡਿਆ ਹੈ। ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜਨਾਮ ਨਾਲ ਇਸ ਤਰ੍ਹਾਂ ਆਵੇ ਕਿ ਉਸ ਨਾਲ ਨਿਸ਼ਚੇ ਨਾਲ ਸੰਕੇਤ ਕਰਦਾ ਹੋਵੇ, ਉਸ ਨੂੰ ਆਮ ਤੋਂ ਵਿਸ਼ੇਸ਼ ਬਣਾਵੇ। 2 ਕਿਸਮਾਂ ਹਨ, ਨਿਕਟਵਰਤੀ, ਦੂਰਵਰਤੀ। ਨਿਕਟਵਰਤੀ, ਇਹ ਕਿਤਾਬ ਮੇਰੀ ਹੈ, ਇਹ ਸਾਡਾ ਘਰ ਹੈ। ਇਸ ਵਿੱਚ ਇਹ ਜਿਹੜਾ ਹੈ ਨਿਕਟਵਰਤੀ ਹੈ। ਦੂਰਵਰਤੀ ਲਈ ਅਸੀਂ ਉਹ ਸ਼ਬਦ ਦੀ ਵਰਤੋਂ ਕਰਦੇ ਹਾਂ। ਪੜਨਾਵੀ ਵਿਸ਼ੇਸ਼ਣ, ਪੜਨਾਵੀ ਪੜਨਾਮ ਦੇ ਨਾਲ ਰਿਲੇਟਡ ਹੈ। ਵਿਸ਼ੇਸ਼ਣ ਤਾਂ ਹੈ ਲੇਕਿਨ ਪੜਨਾਵੀ, ਜਿਹੜਾ ਪੜਨਾਮ ਸ਼ਬਦ ਵਾਕ ਦੇ ਪ੍ਰਸੰਗ ਵਿੱਚ ਨਾਮ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਵੇ, ਉਸਨੂੰ ਪੜਨਾਵੀ ਵਿਸ਼ੇਸ਼ਣ ਕਹਿੰਦੇ ਹਨ। ਮਤਲਬ ਇਹ ਪੜਨਾਮ ਹੈ ਐਕਚੁਅਲੀ, ਲੇਕਿਨ ਵਿਸ਼ੇਸ਼ਣ ਦਾ ਕੰਮ ਕਰ ਰਿਹਾ ਹੈ। ਜਿਹੜਾ ਵਰਡ ਜਿਹੜਾ ਪੜਨਾਮ ਹੈ, ਵੈਸੇ ਤਾਂ ਜਿਹੜਾ ਮੁੰਡਾ ਕਾਲਾ ਆਇਆ ਸੀ ਉਸਨੇ ਪ੍ਰੀਖਿਆ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ, ਵਿਸ਼ੇਸ਼ਣ ਬਣ ਗਿਆ ਵਾ। ਇਹ ਐਕਚੁਅਲੀ ਪੜਨਾਮ ਹੈ। ਜਿਸ ਬੰਦੇ ਦਾ ਭਰੋਸਾ ਨਾ ਰਹੇ, ਉਸ ਨਾਲ ਕੋਈ ਵੀ ਵਰਤੋਂ ਵਿਵਹਾਰ ਕਰਨਾ ਪਸੰਦ ਨਹੀਂ ਕਰਦਾ। ਮੇਰੀ ਕਿਤਾਬ ਮੇਰੇ ਕੋਲ ਹੈ, ਤੇਰੀ ਕਿਤਾਬ ਤੇਰੇ ਕੋਲ ਹੈ, ਫਿਰ ਝਗੜਾ ਕਾਹਦਾ। ਇਸ ਵਿੱਚ ਮੇਰੀ ਤੇਰੀ ਵੀ ਪੜਨਾਮ ਹੈ, ਲੇਕਿਨ ਇਹ ਇੱਧਰ ਵਿਸ਼ੇਸ਼ਣ ਦਾ ਕੰਮ ਕਰ ਰਿਹਾ ਹੈ। ਤੁਹਾਡੇ ਕੱਪੜੇ ਚੰਗੇ ਸਿਉਂਤ ਹੋਏ ਹਨ। ਇਹ ਜਿਹੜਾ ਹੈ ਅਗੇਨ ਪ੍ਰਨਾਊਨ ਹੈ ਤੇ ਲੇਕਿਨ ਵਿਸ਼ੇਸ਼ਤਾ ਵੀ ਦੱਸ ਰਿਹਾ ਹੈ ਨਾਲ ਹੀ ਨਾਲ। ਉਸ ਤੋਂ ਬਾਅਦ ਨੈਕਸਟ, ਇਹ ਇੰਨਾ ਇੰਪੋਰਟੈਂਟ ਨਹੀਂ ਹੈ ਅੱਗੇ। ਸਾਡੇ ਜਿਹੜੇ ਮੇਨ ਇਹਦੇ ਵਿਸ਼ੇਸ਼ਣ ਦੇ 6 ਪ੍ਰਕਾਰ ਸੀ। ਵਿਸ਼ੇਸ਼ਣ, ਵਿਸ਼ੇਸ਼ਣ ਤੋਂ ਬਾਅਦ ਸਾਡਾ ਅਗਲੇ ਨੰਬਰ 'ਤੇ ਜਿਹੜਾ ਹੈ ਨੈਕਸਟ ਟੌਪਿਕ ਉਹ ਹੈ ਕਿਰਿਆ। ਹੁਣ ਜਿਹੜੀ ਕਿਰਿਆ ਹੈ ਇਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ? 4 ਪ੍ਰਕਾਰ ਦੀ। ਇਸ ਨੂੰ ਇੱਕ ਟ੍ਰਿਕ ਨਾਲ ਆਪਾਂ ਯਾਦ ਰੱਖ ਸਕਦੇ ਹਾਂ ਕਿ ਕਿਰਿਆ ਨੂੰ ਇੰਗਲਿਸ਼ 'ਚ ਵਰਬ ਕਹਿੰਦੇ ਆ, ਅਤੇ ਵਰਬ ਦੇ ਕਿੰਨੇ ਵਰਡਸ ਨੇ? 1 2 3 4 4। ਅਤੇ ਕਿਰਿਆ ਅੱਗੇ ਕਿੰਨੇ ਪ੍ਰਕਾਰ ਦੀ ਹੈ? ਕਿਰਿਆ ਅੱਗੇ ਹੈ 4 ਪ੍ਰਕਾਰ ਦੀ। ਕਿਰਿਆ ਵਰਡ ਤੋਂ ਹੀ ਪਤਾ ਲੱਗਦਾ ਕਿ ਕੰਮ ਹੋਣਾ, ਵਰਬ ਯਾਨੀ ਕਿ ਕਿਰਿਆ ਹੋਣਾ। ਜਿਵੇਂ ਅਸੀਂ ਕਹਿ ਸਕਦੇ ਹਾਂ, ਇਸ ਸ਼੍ਰੇਣੀ ਵਿੱਚ ਉਹ ਸ਼ਬਦ ਰੱਖੇ ਜਾਂਦੇ ਹਨ ਜਿਨ੍ਹਾਂ ਤੋਂ ਕਿਸੇ ਕੰਮ ਕਾਰਜ ਨੂੰ ਪੂਰਾ ਕਰਦੇ ਹਨ। ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਕਰਨਾ ਪ੍ਰਗਟ ਹੋਵੇ, ਉਸ ਨੂੰ ਕਿਰਿਆ ਕਿਹਾ ਜਾਂਦਾ ਹੈ। ਖਾ, ਪੀ, ਜਾ, ਲਿਖ, ਖੇਡਦੀ, ਪੜ੍ਹਦੀ ਆਦਿ। ਹਰ ਵਾਕ ਵਿੱਚ ਕੋਈ ਨਾ ਕੋਈ ਕਿਰਿਆ ਹੁੰਦੀ ਹੈ। ਬਿਨਾਂ ਕਿਰਿਆ ਕਿਸੇ ਵਾਕ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਅਤੇ ਹਰ ਇੱਕ ਜਦੋਂ ਵੀ ਆਪਾਂ ਕੋਈ ਵੀ ਲਾਈਨ ਬੋਲ ਰਹੇ ਹੁੰਦੇ ਹਾਂ, ਉਹਦੇ ਵਿੱਚ ਕੁਛ ਨਾ ਕੁਛ ਕਿਰਿਆ ਹੁੰਦੀ ਆ ਮੋਸਟਲੀ। ਅਤੇ ਇਸ ਨੂੰ ਅੱਗੇ ਕਿਰਿਆ ਦੀ ਵੰਡ 4 ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਪਹਿਲੀ ਪ੍ਰਕਾਰ ਦੀ ਵੰਡ, ਦੂਜੀ ਪ੍ਰਕਾਰ ਦੀ ਵੰਡ, ਤੀਜੀ ਪ੍ਰਕਾਰ ਦੀ ਵੰਡ ਅਤੇ ਚੌਥੀ ਪ੍ਰਕਾਰ ਦੀ ਵੰਡ। ਯਾਨੀ ਕਿ ਇਹਨੂੰ ਅਸੀਂ ਅੱਗੇ 4 ਭਾਗਾਂ ਦੇ ਵਿੱਚ ਵੰਡਿਆ ਹੈ। ਚਾਰਾਂ ਵਿੱਚੋਂ ਫਸਟ ਵਾਲਾ ਜਿਹੜਾ ਹੈ, ਪਹਿਲੀ ਪ੍ਰਕਾਰ ਦੀ ਵੰਡ, ਅਕਰਮਕ ਕਿਰਿਆ, ਸਕਰਮਕ ਕਿਰਿਆ। ਦੂਜੀ ਪ੍ਰਕਾਰ ਦੀ ਵੰਡ, ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ, ਦੋਹਰੀ ਪ੍ਰੇਰਨਾਰਥਕ ਕਿਰਿਆ। ਤੀਜੀ ਪ੍ਰਕਾਰ ਦੀ ਵੰਡ ਹੈ ਇਕਹਰੀ ਕਿਰਿਆ, ਸੰਯੁਕਤ ਕਿਰਿਆ। ਚੌਥੀ ਪ੍ਰਕਾਰ ਦੀ ਜਿਹੜੀ ਵੰਡ ਕੀਤੀ ਗਈ ਹੈ ਉਸ ਵਿੱਚ ਇੱਕ ਹੈ ਮੂਲ ਕਿਰਿਆ, ਇੱਕ ਹੈ ਸਹਾਇਕ ਕਿਰਿਆ। ਪਹਿਲੀ ਪ੍ਰਕਾਰ ਦੀ ਵੰਡ ਦੀ ਗੱਲ ਕਰਦੇ ਹਾਂ। ਅਕਰਮਕ ਕਿਰਿਆ। ਅਕਰਮਕ ਸ਼ਬਦ ਦਾ ਅਰਥ ਹੈ ਬਿਨਾਂ ਕਰਮ ਤੋਂ। ਵਾਕ ਵਿੱਚ ਜਿਸ ਕਿਰਿਆ ਦਾ ਕਰਮਤਾ ਹੋਵੇ, ਅਰਥਾਤ ਕਿਰਿਆ ਦਾ ਪ੍ਰਭਾਵ ਕੇਵਲ ਕਰਤਾ ਤੱਕ ਹੀ ਰਹੇ। ਮਤਲਬ ਇਸ ਵਿੱਚ ਇੱਕ ਸਿੰਗਲ ਲਾਈਨ ਹੋ ਸਕਦੀ ਆ, ਕੰਮ ਤਾਂ ਹੋ ਰਿਹਾ ਲੇਕਿਨ ਉਸਦਾ ਪ੍ਰਭਾਵ ਇੱਕ ਸਿੰਗਲ ਬੰਦੇ ਤੱਕ ਹੀ ਹੈ, ਉਸਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ। ਕਰਮ ਕਿਰਿਆ ਦਾ ਕਰਮ ਨਾ ਹੋਵੇ। ਜਿਵੇਂ ਕਿ ਬਾਲ ਹੱਸਦਾ ਹੈ, ਪੰਛੀ ਉੱਡਦਾ ਹੈ, ਮੀਂਹ ਵਰਦਾ ਹੈ, ਮੱਝਾਂ ਨਹਾਉਂਦੀਆਂ ਹਨ। ਅਕਰਮਕ ਕਿਰਿਆ ਦੀ ਪਛਾਣ ਇਹ ਹੈ ਕਿ ਇਸ ਦੀ ਕਿਰਿਆ ਤੋਂ ਪਹਿਲਾਂ ਕੀ ਲਾ ਕੇ ਪ੍ਰਸ਼ਨ ਕਰਨ ਨਾਲ ਕੋਈ ਉੱਤਰ ਨਹੀਂ ਨਿਕਲਦਾ। ਹੁਣ ਜੇ ਆਪਾਂ ਚੈੱਕ ਕਰਨਾ ਹੋਵੇ ਤਾਂ ਬਾਲ ਤੋਂ ਬਾਅਦ ਕੀ ਲਗਾ ਲਓ। ਕਿਰਿਆ ਕੀ ਹੋ ਰਹੀ ਹੈ? ਹੱਸਦਾ। ਹੱਸਦਾ ਤੋਂ ਪਹਿਲਾਂ ਕੀ ਲਗਾ ਲਓ। ਬਾਲ ਕੀ ਹੱਸਦਾ ਹੈ, ਪੰਛੀ ਕੀ ਉੱਡਦਾ ਹੈ। ਯਾਨੀ ਕਿ ਕਿਰਿਆ ਤੋਂ ਪਹਿਲਾਂ ਅਗਰ ਅਸੀਂ ਕੀ ਲਗਾਉਂਦੇ ਹਾਂ ਵਰਡ, ਤਾਂ ਉਹਦਾ ਕੋਈ ਆਨਸਰ ਨਹੀਂ ਨਿਕਲਦਾ। ਉਹ ਸਾਰੇ ਹੋ ਗਏ ਅਕਰਮਕ। ਸਕਰਮਕ ਕਿਰਿਆ, ਇਹਦੇ ਵਿੱਚ ਜੇ ਅਸੀਂ ਕੀ ਵਰਡ ਲਗਾਉਂਗੇ ਤਾਂ ਸਾਡੇ ਕੋਲ ਆਨਸਰ ਆ ਜਾਊਗਾ। ਜਿਸ ਕਿਰਿਆ ਦਾ ਕਰਤਾ ਅਤੇ ਕਰਤਾ ਵੀ ਹੋਵੇ ਅਤੇ ਕਰਮ ਵੀ ਹੋਵੇ। ਬੱਚੇ ਤਮਾਸ਼ਾ ਦੇਖਦੇ ਹਨ। ਜੇ ਕੋਈ ਪੁੱਛੇ ਕੀ ਦੇਖਦੇ ਹਨ, ਅਸੀਂ ਕਹਿ ਸਕਦੇ ਹਾਂ ਤਮਾਸ਼ਾ ਦੇਖਦੇ ਹਨ। ਅਧਿਆਪਕ ਜੀ ਅਖਬਾਰ ਪੜ੍ਹਦੇ ਹਨ। ਜੋ ਕਿ ਪੁੱਛ ਲਵੇ ਅਧਿਆਪਕ ਜੀ ਕੀ ਪੜ੍ਹਦੇ ਹਨ, ਉਹ ਅਖਬਾਰ ਪੜ੍ਹਦੇ ਹਨ। ਮਾਤਾ ਜੀ ਰੋਟੀ ਪਕਾਉਂਦੇ ਹਨ। ਜੇ ਕੋਈ ਪੁੱਛ ਲਵੇ ਕੀ, ਮਤਲਬ ਸਕਰਮਕ ਕਿਰਿਆ ਕਰਤਾ ਵੀ ਹੈ, ਜਿਸ ਕਿਰਿਆ ਦਾ ਕਰਤਾ ਕੰਮ ਕਰਨ ਵਾਲਾ ਬੰਦਾ ਵੀ ਹੈ ਅਤੇ ਕੰਮ ਵੀ ਹੈ, ਦੋਨੋਂ ਚੀਜ਼ਾਂ ਨੇ, ਉਸਨੂੰ ਕਹਿੰਦੇ ਹਾਂ ਆਪਾਂ ਸਕਰਮਕ ਕਿਰਿਆ। ਅਗੇਨ ਸਕਰਮਕ ਦੇ ਵਿੱਚ ਜੇ ਕੋਈ ਤੁਹਾਡੇ ਤੋਂ ਕੀ ਪੁੱਛ ਲਵੇ ਕੀ ਕਰ ਰਿਹਾ ਹੈ, ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਆਨਸਰ ਸਗੋਂ ਪਤਾ ਹੈ ਕੀ ਕਰ ਰਿਹਾ ਹੈ। ਯਾਨੀ ਕਰਤਾ ਵੀ ਹੈ ਅਤੇ ਕਰਮ ਵੀ ਹੈ, ਦੋਨੋਂ ਹੀ ਨੇ।
ओके सो दूजी प्रकार की जिहड़ी वंड है सधारण क्रिया। असी पढ़िया है कि वाक विच क्रिया तो करता का पता लगता है। सानू पता लग जाता है कि करता कौन है किसी भी काम नूं करन वाला। क्रिया के जिस रूप तो पता लगे उसनूं करन वाला करता आप है, उस क्रिया नूं सधारण क्रिया कहा जाता है। जिवें वह किताब पढ़ता है, ਇਹਦੇ ਵਿੱਚ ਉਹ किताब पढ़ता है एक सिंगल सेंटेंस हो गया। प्रेरणार्थक क्रिया, क्रिया के जिस रूप तो पता लगे कि उसनूं करन वाला करता आप नहीं सगों किसी होर तो करवाई जाती है, उसनूं प्रेरणार्थक कहा जाता है। जिवें प्रसिद्ध गायिका सुरिंदर कौर ते दे पति उस तो हर रोज़ रियाज करवाते सन। इस विच बंदा खुद नहीं काम कर रहा, कोई होर किसी होर तो काम करवा रहा है, यानी कि प्रेरणार्थक क्रिया। करता आप नहीं कर सगों क्रिया किसी होर तो करवाई जाती है। क्रिया खुद नहीं कर रहा, किसी होर तो करवा रहा है, जबकि फर्स्ट सेंटेंस दे विच खुद तो क्रिया कर रहा सी। दोहरी प्रेरणार्थक क्रिया, तो यह आप अगेन पढ़ रहे हैं। वह किताब पढ़ता है, कला बंदा सी, खुद तो काम कर रहा सी, किसी होर तो नहीं करवा रहा, इनू कहते आपां सधारण क्रिया। वो खुद किताब पढ़ रहा है। सैकेंड प्रेरणार्थक, ये एक बंदा किसी दूसरे बंदे तो काम करवा रहा है। दोहरी विच क्रिया के जिस रूप तो पता लगता है कि करता किसी दूजे व्यक्ति नूं प्रेरणा दे के वह क्रिया किसी तीजे व्यक्ति कोलों करवाउण लई कहता है। वो क्रिया नूं दोहरी प्रेरणार्थक किसी होर नूं कहते हैं काम तीसरे तो करवाना है। पिता जी मैं इन्ने चंगे नंबरां नाल 9वीं जमात पास कर ली है, हुण मेरे लिए दर्जी कोलों एक नवीं वर्दी सिलवा दो। बच्चा अपने पिता नाल गल कर रहा है, लेकिन तीसरे बंदे बारे गल कर रहा है, दर्जी बारे। कहते हैं दोहरी प्रेरणार्थक क्रिया। दोहरी प्रेरणार्थक क्रिया तो बाद हुण आपां जिहड़ा है इस नैक्सट पढ़ लैंदे हां। वर्ब की तीजी प्रकार की वंड एक हरी क्रिया, जिस वाक विच क्रिया एक शब्द की होवे उसनूं एक हरी क्रिया कहते हैं। जिवें तू किताब पढ़, बलजीत सेब खा, इस विच एक हरी क्रिया है। पढ़ सिंगल वर्ड है, एक ही काम हो रहा है, क्रिया एक ही शब्द की है, उसनूं कहते एक हरी क्रिया। खा जिहड़ा है एक ही शब्द तो बनिया हैं, इन्होंने दो शब्द जोड़ के नहीं आपां बनाया, कहते हैं एक हरी क्रिया। पढ़ भी एक शब्द तो बनया है, खा भी एक ही शब्द तो बनिया हैं, इसलिए एक हरी क्रियावां हैं। एक हरी क्रिया तो बाद संयुक्त क्रिया, जदों किसी क्रिया का रूप एक तो वधेरे क्रिया शब्दों के संयोग तो बने उसनूं संयुक्त क्रिया कहते हैं। सैकेंड वाला पढ़ लेंदे हैं। संयुक्त क्रिया, जदों किसी क्रिया का रूप एक तो वधेरे क्रिया शब्दों के संयोग तो बने उसनूं संयुक्त क्रिया कहते हैं। मैं हर रोज़ खेडिया करांगा, इस विच खेडना भी क्रिया है, करांगा भी क्रिया है। संयुक्त क्रिया असी क्रिया तो बनाई लेकिन दो वर्ड्स नूं, मैं हर रोज़ खेलांगा, जे आपां कहंदे खेलांगा होना सी एक हरी क्रिया, इधर दो वर्ड आपस दे विच जोड़ ले, खेडिया करांगा हो गई संयुक्त क्रिया। उहदे विच कल्ला एक वर्ड सी सिंगल, इहदे विच दो वर्ड्स हो गए। खेडिया अलग हो गया तो करांगा अलग हो गया, हो गई संयुक्त क्रिया, दो वर्ड्स नूं मिला के बनी है।